ਜੱਜਮੈਂਟ 'ਚ ਕਿਹੜੀ ਚੀਜ਼ਾਂ ਲਿਖੀਆਂ ਗਈਆਂ ਨੇ ਜਿਸ ਕਰਕੇ ਮਜਬੂਰੀ ਦੇ ਵਿੱਚ ਕੋਈ ਪ੍ਰਤਾਪ ਨੂੰ ਅਸਤੀਫਾ ਦੇਣਾ ਪਿਆ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਮਿਸਟਰ ਕੁੰਵਰ ਵਿਜੇ ਦਾ ਜਿਹੜਾ ਰੋਲ ਆ ਰਿਹਾ ਉਹ ਬਾਇਸਡ ਹੈ। ਜੇ ਸਿੱਖ ਨਾਲ ਲੰਮਾ ਸਮਾਂ ਚੱਲਦਾ ਰਿਹਾ, ਸੁਮੇਧ ਸੈਣੀ ਦਾ ਵੀ ਨਾਮ ਆਇਆ, ਬਾਦਲ ਦਾ ਵੀ ਨਾਮ ਇਹਦੇ ਵਿੱਚ ਆਇਆ ਕਿਉਂਕਿ ਸੀਐਮ ਸਨ ਉਸ ਵਕਤ, ਉਹ ਚੀਜ਼ਾਂ ਲੈ ਕੇ ਜੱਜਮੈਂਟ 'ਚ ਕੀ ਲਿਖਿਆ ਹੋਇਆ? ਬਾਦਲ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸੀਐਮ ਸੀ, ਉਹਨਾਂ ਦਾ ਤਾਂ ਕੋਰਟ ਨੇ ਦੋ ਥਾਵਾਂ ਤੇ ਬੜਾ ਕਲੀਅਰਲੀ ਕਿਹਾ ਹੈ ਕਿ ਬੇਸ਼ੱਕ ਇਹ ਕਿਹਾ ਗਿਆ ਹੈ ਕਿ ਉਹ ਐਕਿਊਜ਼ ਨੇ, ਉਹਨਾਂ ਨੂੰ ਕਦੇ ਐਕਿਊਜ਼ਡ ਬਣਾਇਆ ਹੀ ਨਹੀਂ ਗਿਆ ਇਸ। ਕਿ ਲੱਗਦਾ ਕਿ ਵਾਕਈ ਕੋਈ ਪ੍ਰਤਾਪ ਨੇ ਪਿਛਲੇ 5-6 ਸਾਲ ਤੋਂ ਇਨਵੈਸਟੀਗੇਸ਼ਨ ਕੀਤੀ ਸੀ, ਉਸ ਦੀ ਕੋਰਟ ਨੇ ਧੱਜੀਆਂ ਉਡਾ ਦਿੱਤੀਆਂ ਨੇ। ਸੀਐਮ ਜਾਂ ਡਿਪਟੀ ਸੀਐਮ ਦਾ ਕਦੇ ਨਾਂ ਲਿਖਿਆ ਹੀ ਨਹੀਂ ਗਿਆ, ਸੋ ਬਾਦਲ ਫੈਮਿਲੀ 'ਚੋਂ ਕੋਈ ਵੀ ਕਦੇ accused ਨਹੀਂ ਸੀ। ਉਹ ਕੋਰਟ ਦੀ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ। ਰਹੀ ਗੱਲ ਸੁਮੇਧ ਸੈਣੀ ਜਾਂ ਉਮਰਾ ਨੰਗਲ ਵਗੈਰਾ, ਇਹਨਾਂ 'ਚੋਂ ਕਿਸੇ ਦੇ ਵੀ ਹੱਕ ਦੇ ਵਿੱਚ ਕੋਰਟ ਨੇ ਇਹ ਨਹੀਂ ਕਿਹਾ ਕਿ ਐਕਿਊਜ਼ ਨਹੀਂ ਹੈ। ਕਿਤੇ ਇਹ ਗੱਲ ਲਿਖੀ ਹੈ ਕਿ ਸਿੱਟ ਦੇ ਵਿੱਚ ਹਰਿਆਣਾ ਦੇ ਆਫਿਸਰ ਵੀ ਜਿਹੜੇ ਹੈਗੇ ਨੇ, ਜੇ ਲੋੜ ਪਈ ਤਾਂ ਤੁਸੀਂ ਲੈ ਸਕਦੇ ਹੋ, ਕਿਉਂਕਿ ਬੜੀ ਚਰਚਾ ਬਣੀ ਸੀ ਪਿਛਲੇ ਕਈ ਦਿਨਾਂ 'ਚ। ਹੁਣ ਜੇ ਡੀਜੀਪੀ ਕਵੇ ਜੀ ਮੈਂ ਸੀਐਮ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰਦਾ, ਉਹ ਚੀਜ਼ ਡੀਜੀਪੀ ਨੂੰ ਪ੍ਰੂਵ ਕਰਨੀ ਹੈ। ਇਸ ਲਈ ਮੈਂ ਬਿਲਕੁਲ ਕਾਨੂੰਨੀ ਗੱਲ ਕਰ ਰਿਹਾ, ਮੈਂ ਕੋਈ ਪਾਰਟੀ ਐਂਗਲ ਤੋਂ ਨਹੀਂ ਕਰ ਰਿਹਾ। ਅਗਲੀ ਸਿੱਟ ਬੰਦੀ ਹੈ 6 ਮਹੀਨੇ ਦਾ ਸਮਾਂ ਕਿ ਸਿੱਟ ਦੁਬਾਰਾ ਜੇ ਜੱਜਮੈਂਟ ਦੀ ਗੱਲ ਕਰ ਲਈਏ, ਬਾਦਲ ਸਾਹਿਬ ਕੋਲ ਪੁੱਛਗਿੱਛ ਹੋ ਸਕਦੀ ਹੈ ਕਿ ਹੁਣ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਜੇ ਸੁਮੇਧ ਸੈਣੀ ਦੀ ਲਾਇਬਿਲਿਟੀ ਬਾਦਲ ਗਵਰਨਮੈਂਟ ਨੇ ਨਾ ਮੰਨੀ ਹੁੰਦੀ ਤੇ ਉਸ ਆਪਣੇ ਲਾਈ ਡੀਜੀਪੀ ਨੂੰ ਕਿਉਂ ਉਹ ਟ੍ਰਾਂਸਫਰ ਆਊਟ ਕਰਨਾ ਵਾਸ ਅ ਕਲੀਅਰ ਮੈਸੇਜ ਕਿ ਜੀ ਅਸੀਂ ਮੰਨਦੇ ਹਾਂ ਸੁਮੇਧ ਸੈਣੀ ਨੇ ਗਲਤੀ ਕੀਤੀ। ਐਸਾ ਨਿਚੋੜੇ ਕੱਢਿਆ ਜਾ ਸਕਦਾ ਵੀ ਇਹਦੀ ਤਫਤੀਸ਼ ਹੋਈ, ਜੇ ਕੋਈ ਪ੍ਰਤਾਪ ਨੇ ਤਫਤੀਸ਼ ਸਹੀ ਨਹੀਂ ਕੀਤੀ, ਜੇ ਤਾਂ ਹੀ ਕੋਰਟ ਨੇ ਫਟਕਾਰ ਮਾਰੀ, ਇਹ ਚੀਜ਼ ਕਹੀ ਜਾ ਸਕਦੀ ਜੱਜਮੈਂਟ ਦੀ ਕਾਪੀ ਦੇਖ ਕੇ। ਬੇਸਿਕਲੀ ਤਾਂ ਆਹੀ ਕੋਰਟ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਫੇਅਰ ਨਹੀਂ ਸੀ, ਬਾਇਸਡ ਰੋਲ ਸੀ ਮਿਸਟਰ ਕੁਮਾਰ ਦਾ। ਲੱਗਦਾ ਕਿ ਲੰਮਾ ਕੇਸ ਖਿੱਚੂਗਾ, ਹੋ ਜਾਊਗਾ 6 ਮਹੀਨੇ 'ਚ। ਜੇ 6 ਸਾਲ ਦੇ ਵਿੱਚ ਲੰਮਾ ਸਮਾਂ ਪੈ ਗਿਆ ਤਾਂ ਫਿਰ 6 ਮਹੀਨੇ 'ਚ ਕਿੱਦਾਂ ਹੋ ਸਕਦੀ ਹੈ? ਟਾਈਮ ਬਾਉਂਡ ਤਫਤੀਸ਼ ਤਾਂ ਕਦੇ ਉਹਨਾਂ ਨੇ ਕੀਤੀ ਨਹੀਂ ਸੀ। ਆਨਰੇਬਲ ਕੋਰਟ ਨੇ ਜਦੋਂ ਕਹਿਤਾ ਕਿ ਪ੍ਰੈਫਰੇਬਲੀ ਵਿਦਨ 6 ਮੰਥਸ ਕੰਕਲੂਡ ਕਰੋ, ਮੰਨ ਲਈ 6 ਮਹੀਨੇ ਤੱਕ ਵੀ ਸਿੱਟ ਜਿਹੜੀ ਨਤੀਜੇ ਤੇ ਨਹੀਂ ਪਹੁੰਚਦੀ, ਉਸ ਤੋਂ ਬਾਅਦ ਫਿਰ ਕੋਰਟ ਕਿਹੋ ਜਿਹਾ ਫੈਸਲਾ ਦੇ ਸਕਦੀ ਹੈ? ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਬਹੁਤ ਹੀ ਚਰਚਿਤ ਕੇਸ ਬਰਗਾੜੀ ਵਾਲਾ, ਜਿਸ ਵਿੱਚ 2 ਨੌਜਵਾਨ ਸ਼ਹੀਦ ਹੋ ਗਏ ਸੀ, ਤਾਂ ਉਸ ਤੋਂ ਬਾਅਦ ਲਗਾਤਾਰ ਹੀ ਚਰਚਾ ਬੰਦੀ ਆਈ ਸੀ ਕਿ ਇਨਸਾਫ ਮਿਲੇਗਾ। ਲਗਭਗ 6 ਸਾਲ ਹੋ ਗਏ ਨੇ। ਲਾਸਟ ਆਖਰੀ ਸਮੇਂ ਵਿੱਚ ਵੀ ਇਹ ਉਮੀਦਾਂ ਲੱਗੀਆਂ ਹੋਈਆਂ ਸੀ ਕਿ ਇੱਕ ਇਨਸਾਫ ਦੀ ਚਿਣਕ ਦਿਖਾਈ ਦਿੱਤੀ ਹੈ, ਪਰ ਉਸ ਤੋਂ ਬਾਅਦ ਜੋ ਕੋਰਟ ਨੇ ਫਟਕਾਰ ਲਗਾਈ ਹੈ, ਜੋ ਕੋਰਟ ਵਿੱਚ ਗੱਲਾਂ ਹੋਈਆਂ ਨੇ, ਉਸ ਦੀ ਜੱਜਮੈਂਟ ਨਹੀਂ ਆਈ ਸੀ। ਕੱਲ ਉਸ ਤੋਂ ਪਹਿਲਾਂ ਹੀ ਵਿਜੇ ਪ੍ਰਤਾਪ ਅਸਤੀਫਾ ਵੀ ਦੇ ਜਾਂਦੇ ਨੇ, ਪਰ ਕੱਲ ਜੱਜਮੈਂਟ ਆਈ ਹੈ। ਵਿਜੇ ਪ੍ਰਤਾਪ ਨੇ ਪਹਿਲਾਂ ਅਸਤੀਫਾ ਦੇਤਾ ਸੀ, ਹੁਣ ਦੇਖਾਂਗੇ ਕਿ ਜੱਜਮੈਂਟ ਵਿੱਚ ਕਿਹੜੀ ਫਟਕਾਰ ਵਿਜੇ ਪ੍ਰਤਾਪ ਨੂੰ ਲਗਾਈ ਗਈ ਹੈ। ਕਿ ਹੁਣ ਉਹ ਸਿੱਟ ਵਿੱਚ ਇਹ ਵੀ ਲਿਖਿਆ ਗਿਆ ਕਿ ਉਹ ਸਿੱਟ ਜੇ ਨਵੀਂ ਬਣਦੀ ਹੈ ਤਾਂ ਉਸ ਵਿੱਚ ਉਹ ਸ਼ਾਮਿਲ ਨਹੀਂ ਹੋਣਗੇ, ਉਸ ਤੋਂ ਬਾਅਦ ਅਸਤੀਫਾ ਆ ਜਾਂਦਾ ਹੈ। ਤਾਂ ਬੜੀ ਆਸ ਸੀ ਬਰਗਾੜੀ ਮੋਰਚੇ ਨੂੰ ਲੈ ਕੇ ਕਿ ਕਿਤੇ ਨਾ ਕਿਤੇ ਇਨਸਾਫ ਮਿਲੂਗਾ, ਜੋ ਉੱਥੇ ਸ਼ਹੀਦ ਹੋ ਗਏ ਸੀ 2 ਵਿਅਕਤੀ। ਸਾਡੇ ਨਾਲ ਪ੍ਰਦੀਪ ਵਿਰਕ ਨੇ, ਪੰਜਾਬ ਹਰਿਆਣਾ ਕੋਰਟ ਦੇ ਵਿੱਚ ਵਕੀਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹ ਜੱਜਮੈਂਟ 'ਤੇ ਗੱਲਬਾਤ ਕਰਾਂਗੇ, ਕਿਹੜੀ ਜੱਜਮੈਂਟ ਜਾਂ ਕਿਹੜੀ ਗੱਲਾਂ ਉਹਦੇ ਵਿੱਚ ਲਿਖੀਆਂ ਨੇ, ਫਟਕਾਰ ਮਿਲੀ ਗਈ ਹੈ। ਔਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਉਸ ਸਮੇਂ ਮੁੱਖ ਮੰਤਰੀ ਸੀ, ਉਹਨਾਂ ਦਾ ਵੀ ਜ਼ਿਕਰ ਕਰਾਂਗੇ, ਔਰ ਸੁਮੇਧ ਸੈਣੀ ਦਾ ਵੀ ਜ਼ਿਕਰ ਕਰਾਂਗੇ ਕਿ ਕਿਹੜੀ ਗੱਲਾਂ ਦੇ ਵਿੱਚ ਉਹਨਾਂ ਦਾ ਨਾਮ ਲਿਆ ਗਿਆ। ਸਾਡੇ ਨਾਲ ਮੌਜੂਦ ਨੇ ਐਡਵੋਕੇਟ ਵਿਰਕ, ਆਪਾਂ ਨਾਲ ਗੱਲਬਾਤ ਕਰਾਂਗੇ। ਸਰ, ਮੈਂ ਪਹਿਲਾਂ ਇਹ ਸਵਾਲ ਹੈ ਕਿ ਕਾਫੀ ਲੰਮਾ ਸਮਾਂ ਇਹ ਕੇਸ 5-6 ਸਾਲ ਤੋਂ ਚੱਲ ਰਿਹਾ, ਆਸ ਹੈਗੀ ਸੀ ਕਿਤੇ ਨਾ ਕਿਤੇ ਜਾ ਕੇ ਕਿ ਇਸ ਵਿੱਚ ਇਨਸਾਫ ਮਿਲੂਗਾ। ਕੱਲ ਅਪਲੋਡ ਹੋ ਗਈ ਹੈ ਜੱਜਮੈਂਟ ਜੋ ਸੁਮੇਧ ਸਿੰਘ ਸੈਣੀ ਦੇ ਉੱਪਰ ਜੋ ਚੀਜ਼ਾਂ ਲਿਖੀਆਂ ਗਈਆਂ ਸੀ। ਹੁਣ ਪਹਿਲਾਂ ਤਾਂ ਤੁਸੀਂ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਜੱਜਮੈਂਟ ਜੋ ਕਿਹੜੀ ਚੀਜ਼ਾਂ ਲਿਖੀਆਂ ਗਈਆਂ ਨੇ ਜਿਸ ਕਰਕੇ ਮਜਬੂਰੀ ਦੇ ਵਿੱਚ ਕੋਈ ਪ੍ਰਤਾਪ ਨੂੰ ਅਸਤੀਫਾ ਦੇਣਾ ਪਿਆ। ਦੇਖੋ ਜੀ, ਜਿੱਥੇ ਤੱਕ ਜੱਜਮੈਂਟ ਦਾ ਸਵਾਲ ਹੈ, ਮੈਂ ਇਹਦੇ 'ਚ ਕਹਾਂਗਾ ਇਹਦੇ 2 ਹਿੱਸੇ ਨੇ। ਇੱਕ ਤਾਂ ਹੈਗਾ ਜਿੱਥੇ ਮਿਸਟਰ ਕੁੰਵਰ ਵਿਜੇ ਦੇ ਉੱਤੇ ਇਨਵੈਸਟੀਗੇਸ਼ਨ ਨੂੰ ਫੇਅਰ ਨਾ ਮੰਨਦਿਆਂ ਹੋਇਆ ਫਾਈਂਡਿੰਗਸ ਆਈਆਂ, ਉਹ ਅਜੇ ਮੇਰੇ ਖਿਆਲ ਨਾਲ ਗਵਰਨਮੈਂਟ ਉਸ ਚੀਜ਼ ਨੂੰ ਚੈਲੰਜ ਕਰੂਗੀ। ਸੋ ਇਸ ਸਟੇਜ ਤੇ ਉਹਨਾਂ ਨੂੰ ਡਿਸਕਸ ਕਰਨਾ ਉਹਨਾਂ ਰੈਲੇਵੈਂਟ ਨਹੀਂ ਹੈ। ਜਿਹੜਾ ਮੇਨ ਚੀਜ਼ ਹੈ, ਜਿਹੜਾ ਕੋਰਟ ਦੀ ਜੱਜਮੈਂਟ ਦੇ ਵਿੱਚ ਇੱਕ ਚੰਗੀ ਚੀਜ਼ ਹੋਈ ਹੈ ਕਿ ਇੱਕ ਟਾਈਮ ਬਾਉਂਡ ਇਨਵੈਸਟੀਗੇਸ਼ਨ ਦੇ ਲਈ ਕੋਰਟ ਨੇ ਆਰਡਰ ਕੀਤਾ। ਉਹ ਚੀਜ਼ ਇਸ ਕੇਸ ਦੇ ਲਈ ਬਹੁਤ ਜ਼ਰੂਰੀ ਸੀ, ਬਿਕੋਜ਼ ਪਹਿਲੀ ਗੱਲ ਜਿਹੜੀ ਤੁਸੀਂ ਆਖੀ ਹੈ ਕਿ ਇਸ ਕੇਸ ਨੂੰ 6 ਸਾਲ ਹੋ ਚੱਲੇ ਹੈ। ਕੋਰਟ ਨੇ ਵੀ ਇਸ ਚੀਜ਼ ਨੂੰ ਆਹੀ ਫਾਈਂਡਿੰਗ ਇਹਦੇ ਵਿੱਚ ਦਿੱਤੀ ਹੈ, ਜਿਹੜੀ ਮੈਂ ਐਜ਼ ਅ ਲਾਇਰ ਬਹੁਤ ਇਸ ਚੀਜ਼ ਨੂੰ ਜ਼ਰੂਰੀ ਸਮਝਦਾ ਕਿ ਦੇਣੀ ਡਾਇਰੈਕਸ਼ਨ ਜ਼ਰੂਰੀ ਸੀ ਕਿ ਜਿਹੜੀ ਵੀ ਸਿੱਟ ਬਣੂਗੀ, ਹੁਣ SIT ਕੰਮ ਕਰੂਗੀ, ਉਹ ਲਿਮਿਟਿਡ ਟਾਈਮ ਦੇ ਵਿੱਚ ਐਜ਼ ਐਕਸਪੀਡੀਸ਼ੀਅਸਲੀ, ਮਤਲਬ ਜਿੰਨੀ ਛੇਤੀ ਹੋ ਸਕੇ, ਲੇਕਿਨ ਪ੍ਰੈਫਰੇਬਲੀ 6 ਮਹੀਨੇ ਦੇ ਵਿੱਚ ਇਹ ਕੋਰਟ ਦੇ ਵਿੱਚ ਚਲਾਨ ਆਪਣਾ ਫਾਈਲ ਕਰੂਗੀ ਜਾਂ ਰਿਪੋਰਟ ਫਾਈਲ ਕਰੂਗੀ ਇਨਵੈਸਟੀਗੇਸ਼ਨ ਦੀ, ਜਿਹਨੂੰ ਤਿੰਨੋਂ ਮੈਂਬਰਸ SIT ਦੇ ਸਾਈਨ ਕਰਨਗੇ, ਔਰ ਉਹ ਮੈਂਬਰਸ ਸਾਈਨ ਕਰਕੇ ਰਿਪੋਰਟ ਦੇ ਵਿੱਚ ਦੇ ਵਿਲ ਬੀ ਸਾਈਟਡ ਐਜ਼ ਵਿਟਨੈਸਿਸ ਇਨਵੈਸਟੀਗੇਟਿੰਗ ਆਫਿਸਰ ਦੇ ਤੌਰ ਤੇ। ਸੋ ਇਹ ਚੀਜ਼ ਬਹੁਤ ਜ਼ਰੂਰੀ ਹੈ, ਬਿਕੋਜ਼ ਇਹਦੇ ਨਾਲ ਕੋਰਟ ਦੀ ਆਬਜ਼ਰਵੇਸ਼ਨ ਸੀ ਕਿ ਵਿਕਟਿਮਸ ਨੂੰ ਇਨਸਾਫ ਨਹੀਂ ਮਿਲਿਆ।
ਸੋ ਹੁਣ ਉਹਦੇ ਨਾਲ ਇਨਸਾਫ ਦੀ ਉਮੀਦ ਉੱਠਦੀ ਹੈ ਕਿ ਐਟਲੀਸਟ ਇਨਵੈਸਟੀਗੇਸ਼ਨ ਕਨਕਲੂਡ ਹੋ ਜੂਗੀ। ਸੋ ਮੈਂ ਉਸ ਐਂਗਲ ਤੋਂ ਇਸ ਜਜਮੈਂਟ ਨੂੰ ਬਹੁਤ ਵਧੀਆ ਦੇਖਦਾ। ਜਿਹੜਾ ਦੂਜਾ ਹਿੱਸਾ ਹੈ, ਜਿਹੜੇ ਸਟ੍ਰਿਕਚਰਸ ਦੀ ਗੱਲ ਹੈ, ਉਹ ਮਿਸਟਰ ਕੁੰਵਰ ਦੇ ਆਈ ਐਮ ਵੈਰੀ ਸ਼ੋਰ ਉਹ ਸਰਕਾਰ ਉਸ ਚੀਜ਼ ਨੂੰ ਚੈਲੰਜ ਕਰ ਰਹੀ ਹੋਊਗੀ। ਸੋ ਜਿਹੜੀ ਚੀਜ਼ ਗਵਰਨਮੈਂਟ ਚੈਲੰਜ ਕਰ ਰਹੀ ਹੋਵੇ ਉਹ ਸਟੇਜ ਤੇ ਡਿਸਕਸ ਕਰਨਾ ਠੀਕ ਨਹੀਂ ਰਹੂਗਾ। ਅੱਛਾ ਸਰ, ਕੁੰਵਰ ਪ੍ਰਤਾਪ ਨੇ ਕਿਹੜੀ ਪਿਛਲੇ ਇੰਨੇ ਲੰਮੇ ਸਮੇਂ ਤੋਂ ਤਫਤੀਸ਼ ਕੀਤੀ ਹੈ, ਕਿਹੜੀ ਗੱਲ ਤੇ ਢਿੱਲ ਰਹਿ ਗਈ ਸੀ ਜਿਸ ਕਰਕੇ ਜਜਮੈਂਟ ਆਈ ਹੈ ਤੇ ਜੱਜ ਸਾਹਿਬ ਨੇ ਫਟਕਾਰ ਲਗਾਈ ਹੈ? ਕਿਹੜੀ ਉਹ ਗੱਲਾਂ ਸੀ, ਪੁਆਇੰਟ ਦੱਸੋ ਕਿ ਥੋੜਾ ਲੋਕਾਂ ਨੂੰ ਕਲੀਅਰ ਹੋ ਜਾਵੇ ਵੀ ਕੀ ਚੀਜ਼ ਲਿਖੀਆਂ ਨੇ। ਦੇਖੋ, ਉਹਦੇ ਵਿੱਚ ਕੋਰਟ ਦੇ ਵੱਲੋਂ ਬਾਈ ਐਂਡ ਲਾਰਜ ਤਾਂ ਇਸ਼ੂ ਜਿਹੜੇ ਸੀ ਉਹ ਇਨਵੈਸਟੀਗੇਸ਼ਨ ਕਿਸੇ ਦੀ ਵੀ ਹੋਵੇ ਤੁਸੀਂ ਉਹਦੇ ਵਿੱਚ ਕਮੀਆਂ ਕੱਢ ਸਕਦੇ ਹੋ, ਪਰ ਇੱਥੇ ਕੋਰਟ ਨੂੰ ਐਵੀਡੈਂਟ ਕੁਝ ਚੀਜ਼ਾਂ ਲੱਗੀਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਮਿਸਟਰ ਕੁੰਵਰ ਵਿਜੇ ਦਾ ਜਿਹੜਾ ਰੋਲ ਆ ਰਿਹਾ ਉਹ ਬਾਇਸਡ ਆ ਰਿਹਾ। ਹੁਣ ਉਹ ਬਾਇਸ ਸੀ ਜਾਂ ਨਹੀਂ ਸੀ, ਜਦੋਂ ਤੱਕ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਜਦੋਂ ਉਹਨਾਂ ਨੂੰ ਜਦੋਂ ਕਿਸੇ ਇਨਵੈਸਟੀਗੇਟਿੰਗ ਆਫੀਸਰ ਨੂੰ ਹਟਾਇਆ ਜਾਂਦਾ ਟੀਮ 'ਚੋਂ, ਸੋ ਨੈਚੁਰਲ ਗੱਲ ਹੈ ਕਿ ਉਹ ਇਨਵੈਸਟੀਗੇਸ਼ਨ ਵੀ ਆਟੋਮੈਟਿਕਲੀ ਮਤਲਬ ਰਿਕਾਰਡ ਤੋਂ ਸਮਝੋ ਵਾਈਪ ਆਊਟ ਕੀਤੀ ਜਾਂਦੀ ਹੈ। ਉਹੀ ਚੀਜ਼ ਇੱਥੇ ਮਿਸਟਰ ਕੁੰਵਰ ਵਿਜੇ ਨਾਲ ਹੋਈ ਹੈ। ਜਿਹੜੇ ਰੀਜ਼ਨਸ ਕੋਰਟ ਨੇ ਦਿੱਤੇ ਹੈ ਜਾਂ ਜਿਹੜੇ ਚੀਜ਼ ਹੈ ਉਹਦੇ ਤੇ ਮੈਂ ਇਸ ਟਾਈਮ ਤਾਂ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਕਿਸੇ ਆਫੀਸਰ ਦੇ ਖਿਲਾਫ ਕੋਈ ਸਟ੍ਰਿਕਚਰਸ ਫਾਈਨੈਲਿਟੀ ਉਦੋਂ ਤੱਕ ਨਹੀਂ ਅਟੇਨ ਕਰਦੇ ਜਦੋਂ ਤੱਕ ਸੁਪਰੀਮ ਕੋਰਟ ਤੱਕ ਚੀਜ਼ ਨਹੀਂ ਚਲੀ ਜਾਂਦੀ। ਐਂਡ ਗਵਰਨਮੈਂਟ ਨੇ ਜੋ ਦੱਸਿਆ ਉਹਦੇ ਹਿਸਾਬ ਨਾਲ ਉਹ ਚੈਲੰਜ ਕਰ ਰਹੇ ਹੈ। ਇੱਥੇ ਰੀਜ਼ਨ ਇਹ ਆਇਆ ਕਿ ਉਹਨਾਂ ਨੇ ਕਿਹਾ ਕਿ ਐਵੀਡੈਂਸ ਕਨਕਲੂਸਿਵ ਨਹੀਂ ਹੈ। ਵਨ ਆਫ ਦਾ ਮੇਜਰ ਰੀਜ਼ਨਸ ਕਿ ਕਿਹਦੇ ਖਿਲਾਫ ਜੋ ਚੀਜ਼ਾਂ ਉਹ ਐਟਰੀਬਿਊਟ ਕਰ ਰਹੇ ਹੈ ਉਹਨਾਂ ਤੇ ਕਨਕਲੂਸਿਵ ਐਵੀਡੈਂਸ ਨਹੀਂ ਹੈ। ਕੁਝ ਲਿੰਕੇजेस ਕੁਐਸਚਨ ਕੀਤੇ ਹੈ, ਕੁਝ ਫੁਟੇਜ ਨੂੰ ਕੁਐਸਚਨ ਕੀਤਾ ਹੈ। ਹੁਣ ਉਹ ਚੀਜ਼ਾਂ ਕਰਕੇ ਮੇਰਾ ਉਹਨਾਂ ਚੀਜ਼ਾਂ ਨੂੰ ਕਹਿਣਾ ਜਦੋਂ ਗਵਰਨਮੈਂਟ ਆਲਰੇਡੀ ਉਹਨਾਂ ਚੀਜ਼ਾਂ ਨੂੰ ਚੈਲੰਜ ਕਰਨਾ ਕੰਸੀਡਰ ਕਰ ਰਹੀ ਹੈ ਉਹ ਇਨਅਪਰੋਪਰੀਏਟ ਹੋਊਗਾ। ਜੇ ਸਿੱਕਰ ਨਾਲ ਲੰਮਾ ਸਮਾਂ ਚੱਲਦਾ ਰਿਹਾ, ਸੁਮੇਧ ਸੈਣੀ ਦਾ ਵੀ ਨਾਮ ਆਇਆ, ਬਾਦਲ ਦਾ ਵੀ ਨਾਮ ਇਹਦੇ ਵਿੱਚ ਆਇਆ ਕਿਉਂਕਿ ਸੀਐਮ ਸਨ ਉਸ ਵਕਤ, ਉਹ ਚੀਜ਼ਾਂ ਲੈ ਕੇ ਜਜਮੈਂਟ 'ਚ ਕੀ ਲਿਖਿਆ ਹੋਇਆ? ਦੇਖੋ, ਜਿੱਥੇ ਤੱਕ ਤਾਂ ਬਾਦਲ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸੀਐਮ ਸੀ, ਉਹਨਾਂ ਦਾ ਤਾਂ ਕੋਰਟ ਨੇ ਦੋ ਥਾਵਾਂ ਤੇ ਬੜਾ ਕਲੀਅਰਲੀ ਕਿਹਾ ਹੈ ਕਿ ਬੇਸ਼ੱਕ ਇਹ ਕਿਹਾ ਗਿਆ ਹੈ ਕਿ ਉਹ ਅਕਿਊਜ਼ ਨੇ, ਉਹਨਾਂ ਨੂੰ ਕਦੇ ਅਕਿਊਜ਼ਡ ਬਣਾਇਆ ਹੀ ਨਹੀਂ ਗਿਆ ਇਸ ਕੇਸ 'ਚ। ਇਹ ਸਪੈਸੀਫਿਕ ਆਬਜ਼ਰਵੇਸ਼ਨ ਹੈ ਕੋਰਟ ਦੀ ਕਿ ਉਹ ਇਨਵੈਸਟੀਗੇਸ਼ਨ ਦੇ ਵਿੱਚ ਕਦੇ ਅਕਿਊਜ਼ਡ ਬਣੇ ਹੀ ਨਹੀਂ। ਉਹ ਗੱਲ ਕੋਰਟ ਦੀ ਤਾਂ ਬਿਲਕੁਲ ਆਬਜ਼ਰਵੇਸ਼ਨ ਵੀ ਸਹੀ ਹੈ ਬਿਕੋਜ਼ ਅਕਿਊਜ਼ਡ ਉਹ ਇਨਸਾਨ ਹੁੰਦਾ ਹੈ ਜਿਹਦਾ ਕਾਲਮ ਨੰਬਰ 3 ਜਾਂ 4 ਦੇ ਵਿੱਚ ਨਾਂ ਲਿਖਿਆ ਜਾਂਦਾ ਹੈ ਚਲਾਨ ਫਾਰਮ ਦੇ ਵਿੱਚ ਕਿ ਕੌਣ ਅਕਿਊਜ਼ਡ ਹੈ ਜਿਹਨੂੰ ਚਲਾਨ ਕੀਤਾ ਜਾ ਰਿਹਾ। ਸੋ ਉੱਥੇ ਸੀਐਮ ਜਾਂ ਡਿਪਟੀ ਸੀਐਮ ਦਾ ਕਦੇ ਨਾਂ ਲਿਖਿਆ ਹੀ ਨਹੀਂ ਗਿਆ। ਸੋ ਬਾਦਲ ਫੈਮਿਲੀ 'ਚੋਂ ਕੋਈ ਵੀ ਕਦੇ ਅਕਿਊਜ਼ ਨਹੀਂ ਸੀ। ਉਹ ਕੋਰਟ ਦੀ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ। ਰਹੀ ਗੱਲ ਸੁਮੇਧ ਸੈਣੀ ਜਾਂ ਉਮਰਾ ਨੰਗਲ ਵਗੈਰਾ, ਇਹਨਾਂ 'ਚੋਂ ਕਿਸੇ ਦੇ ਵੀ ਹੱਕ ਦੇ ਵਿੱਚ ਕੋਰਟ ਨੇ ਇਹ ਨਹੀਂ ਕਿਹਾ ਕਿ ਅਕਿਊਜ਼ ਨਹੀਂ ਹੈ ਜਾਂ ਸੁਮੇਧ ਸੈਣੀ ਦੀਆਂ ਡਾਇਰੈਕਸ਼ਨ ਨਹੀਂ, ਉਹਨਾਂ ਚੀਜ਼ਾਂ ਤੇ ਕੋਰਟ ਨੇ ਕੋਈ ਟਿੱਪਣੀ ਨਹੀਂ ਕੀਤੀ। ਉਹਦੇ ਵਿੱਚ ਸਿਰਫ ਇੱਕ ਆਈਓ ਦੇ ਬਾਇਸ ਦੇ ਉੱਤੇ ਇਨਵੈਸਟੀਗੇਸ਼ਨ ਸੈਟੀਸਫਾਈਡ ਹੋਈ ਹੈ। ਉਹ ਬਾਇਸ ਅਜੇ ਅੰਡਰ ਚੈਲੰਜ ਹੈ, ਬਟ ਮੇਰੇ ਓਪੀਨੀਅਨ ਦੇ ਵਿੱਚ ਮੈਂ ਫਿਰ ਉਹੀ ਕਹਾਂਗਾ ਕਿ ਕੋਰਟ ਦੀ ਆਬਜ਼ਰਵੇਸ਼ਨ ਕਿ ਸੀਐਮ ਨੂੰ ਤੁਸੀਂ ਕਦੇ ਅਕਿਊਜ਼ ਨਹੀਂ ਬਣਾਇਆ ਤੇ ਤੁਸੀਂ ਕਿਸ ਤਰ੍ਹਾਂ ਲਿਖ ਕੇ ਦੇ ਰਹੇ ਹੋ ਹਾਈ ਕੋਰਟ ਦੇ ਵਿੱਚ ਜਾਂ ਕਿਤੇ ਵੀ ਹੋਰ ਲੈਟਰ ਦੇ ਵਿੱਚ ਕਿ ਉਹ ਅਕਿਊਜ਼ ਨੇ, ਓਬਵੀਅਸਲੀ ਗੱਲ ਹੈ ਸੀਐਮ ਕਦੇ ਵੀ ਅਕਿਊਜ਼ ਨਹੀਂ ਸੀ ਇਸ ਕੇਸ 'ਚ। ਰਹੀ ਗੱਲ ਜਿਹੜੀ ਇਨਵੈਸਟੀਗੇਸ਼ਨ ਦੀ ਆ ਰਹੀ ਹੈ ਸਾਰੀ, ਉਹ ਹੁਣ ਓਬਵੀਅਸਲੀ ਗੱਲ ਹੈ ਸਟੇਟ ਆਫ ਪੰਜਾਬ ਉਸ ਚੀਜ਼ ਨੂੰ ਚੈਲੰਜ, ਪੰਜਾਬ ਗਵਰਨਮੈਂਟ ਚੈਲੰਜ ਕਰ ਹੀ ਰਹੀ ਹੈ। ਉਹਦੇ ਵਿੱਚ ਇਨਵੈਸਟੀਗੇਸ਼ਨ ਸਟੈਂਡ ਕਰੇ ਜਾਂ ਨਾ ਕਰੇ, ਫਿਲਹਾਲ ਮੈਂ ਆਹ ਚੀਜ਼ ਸੋਚਦਾ ਐਜ਼ ਅ ਲਾਇਰ ਪਬਲਿਕ ਨੂੰ ਜਸਟਿਸ ਦੇਣੀ, ਇਨਵੈਸਟੀਗੇਸ਼ਨ ਕਨਕਲੂਡ ਕਰਾਉਣੀ ਟਾਈਮ ਬਾਉਂਡ ਮੈਨਰ 'ਚ ਬਹੁਤ ਜ਼ਰੂਰੀ ਹੈ ਸਾਡੇ ਲਈ। ਮਤਲਬ ਪੰਜਾਬ ਦੇ ਲੋਕਾਂ ਦੇ ਲਈ, ਸਾਡੇ ਲਈ ਵੁੱਡ ਮੀਨ ਪੰਜਾਬ ਦੇ ਲੋਕਾਂ ਦੇ ਲਈ ਇਨਵੈਸਟੀਗੇਸ਼ਨ ਹੋ ਜੇ, ਫੇਅਰ ਹੋ ਜੇ। ਜਿਹੜੇ ਵਿਕਟਿਮਸ ਨੇ, ਕੋਰਟ ਨੇ ਵੀ ਆ ਕਿਹਾ ਕਿ ਜੇ ਪੁਲਿਸ ਵਾਲਿਆਂ ਦੇ ਸੱਟਾਂ ਵੱਜੀਆਂ ਦਾ ਮਤਲਬ ਪੁਲਿਸ ਵਾਲਿਆਂ ਨੂੰ ਵੀ ਜਸਟਿਸ ਦੇਣਾ ਹੈ ਔਰ ਜੇ ਪਬਲਿਕ ਦੇ ਲੋਕ ਮਰੇ ਆ ਉਹਨਾਂ ਨੂੰ ਵੀ ਜਸਟਿਸ ਦੇਣਾ ਹੈ। ਸੋ ਜੋ ਵੀ ਫੇਅਰ ਇਨਵੈਸਟੀਗੇਸ਼ਨ ਹੈ ਉਹ ਹੋ ਕੇ ਫਟਾਫਟ ਕਨਕਲੂਡ ਹੋ ਜੇ, ਟ੍ਰਾਇਲ ਸ਼ੁਰੂ ਹੋ ਜੇ, ਉਹ ਜ਼ਰੂਰੀ ਹੈ ਇਸ ਸਟੇਜ। ਅੱਛਾ ਸਰ, ਇਹ ਵੀ ਬੜਾ ਜ਼ਿਕਰ ਬਣਿਆ ਹੋਇਆ ਸੀ ਕਿ ਕੋਈ ਪ੍ਰਤਾਪ ਨੂੰ ਬਾਹਰ ਕਰ ਦਿੱਤਾ ਗਿਆ, ਉਸ ਤੋਂ ਬਾਅਦ ਉਹਨੇ ਅਸਤੀਫਾ ਦਿੱਤਾ। ਕਿਤੇ ਇਹ ਗੱਲ ਲਿਖੀ ਹੈ ਕਿ ਸਿੱਟ ਦੇ ਵਿੱਚ ਹਰਿਆਣਾ ਦੇ ਆਫਿਸਰ ਵੀ ਜਿਹੜੇ ਹੈਗੇ ਨੇ, ਜੇ ਲੋੜ ਪਈ ਤਾਂ ਤੁਸੀਂ ਲੈ ਸਕਦੇ ਹੋ, ਕਿਉਂਕਿ ਬੜੀ ਚਰਚਾ ਬਣੀ ਸੀ ਪਿਛਲੇ ਕਈ ਦਿਨਾਂ 'ਚ। ਦੇਖੋ, ਹਰਿਆਣਾ ਦੇ ਆਫਿਸਰਸ ਇਸ ਤਰ੍ਹਾਂ ਪੰਜਾਬ ਗਵਰਨਮੈਂਟ ਨਹੀਂ ਲੈ ਸਕਦੀ। ਜਾਂ ਤਾਂ ਉਹ ਡੈਪੂਟੇਸ਼ਨ ਤੇ ਆਉਣ ਜਾਂ ਕੋਈ ਹਰਿਆਣਾ ਨੂੰ ਇਨਵੈਸਟੀਗੇਸ਼ਨ ਟ੍ਰਾਂਸਫਰ ਕੀਤੀ ਜਾਵੇ ਤਾਂ ਲਏ ਜਾ ਸਕਦੇ। ਐਜ਼ ਅ ਲਾਇਰ ਆਈ ਡੋਂਟ ਥਿੰਕ ਇਸ ਤਰੀਕੇ ਨਾਲ ਹਰਿਆਣਾ ਤੋਂ ਆਫਿਸਰਸ ਲਏ ਜਾ ਸਕਦੇ ਹੈ। ਜਾਂ ਕੋਰਟ ਇੱਕ SIT ਆਪ ਬਣਾਉਂਦੀ ਜਿਹਦੇ ਵਿੱਚੋਂ ਕੋਈ ਆਫਿਸਰਸ ਆਉਂਦੀ। ਇੱਥੇ ਤੱਕ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਟੇਟ ਨੂੰ ਮੌਕਾ ਦੇ ਰਹੇ ਹਾਂ, ਤੁਸੀਂ SIT ਬਣਾਓ, ਪ੍ਰੋਸੀਡ ਕਰੋ। ਪੰਜਾਬ ਗਵਰਨਮੈਂਟ ਤੇ ਕੋਈ ਬਾਇਸ ਨਹੀਂ ਆਇਆ, ਕहीं ਕੁਝ ਨਹੀਂ ਆਇਆ ਹੋ ਜਾ। ਔਰ ਉਹਨਾਂ ਨੇ ਕਿਹਾ ਹੈ ਕਿ ਜੇ ਤਫਤੀਸ਼ ਦੇ ਵਿੱਚ ਕੋਈ ਕਮੀਆਂ ਰਹਿ ਗਈਆਂ, ਉਹਨਾਂ ਨੇ ਤਫਤੀਸ਼ ਇਹ ਨਹੀਂ ਕਿਹਾ ਕਿ ਨਹੀਂ ਕਰਨੀ। ਇਸ ਜਜਮੈਂਟ ਨੂੰ ਮੈਂ ਕਿਉਂ ਕਹਿ ਰਿਹਾ ਕਿ ਜੋ ਹਿੱਸਾ ਚੈਲੰਜ ਹੋ ਰਿਹਾ ਉਹਦੇ ਤੇ ਮੈਂ ਕਮੈਂਟ ਨਹੀਂ ਕਰ ਰਿਹਾ, ਪਰ ਦੂਜਾ ਹਿੱਸਾ ਇੱਕ ਬਹੁਤ ਵਧੀਆ ਹੈ ਕਿ ਉਹ ਕਹਿ ਰਿਹਾ ਤਫਤੀਸ਼ ਕਰੋ। ਉਹਨਾਂ ਨੇ ਕਿਤੇ ਨਹੀਂ ਕਿਹਾ ਤਫਤੀਸ਼ ਨਾ ਕਰੋ। ਔਰ ਇੱਥੇ ਜਿਹੜੇ ਪਟੀਸ਼ਨਰਸ ਨੇ ਕੋਰਟ ਦੇ ਵਿੱਚ, ਉਹਨਾਂ ਨੇ ਵੀ ਇਹ ਨਹੀਂ ਕਿਹਾ ਕਿ ਤਫਤੀਸ਼ ਨੂੰ ਸੈਟੀਸਫਾਈਡ ਕਰਨ ਤੋਂ ਬਾਅਦ ਤਫਤੀਸ਼ ਨਾ ਕਰੋ। ਉਹਨਾਂ ਨੇ ਵੀ ਕਿਹਾ ਤਫਤੀਸ਼ ਕਰੋ ਔਰ ਕੋਰਟ ਨੇ ਵੀ ਉਸੇ ਚੀਜ਼ ਨੂੰ ਕਿਹਾ ਟਾਈਮ ਬਾਉਂਡ ਤਫਤੀਸ਼ ਕਰੋ।
ਮੈਂ ਫਿਰ ਉਸੇ ਗੱਲ ਤੇ ਫੋਕਸ ਕਰ ਰਿਹਾ, ਉਹ ਬਹੁਤ ਜ਼ਰੂਰੀ ਆਸਪੈਕਟ ਹੈ ਜਿਹੜਾ ਹੁਣ ਤੱਕ ਨਹੀਂ ਹੋਇਆ ਸੀ ਇਸ ਕੇਸ 'ਚ। ਅੱਛਾ ਸਰ, ਬੜੇ ਲੰਮੇ ਸਮੇਂ ਚਰਚਾ ਚੱਲੀ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਲੈ ਕੇ ਵੀ ਕਿ ਉਹ ਸੀਐਮ ਬਣੇ ਹੋਏ ਸੀ। ਆਪਾਂ ਕੋਈ ਫੈਸਲਾ ਤਾਂ ਨਹੀਂ ਕਰ ਸਕਦੇ ਕਿਉਂਕਿ ਜੱਜਮੈਂਟ ਦੇ ਆਧਾਰ ਤੇ ਆਪਾਂ ਗੱਲ ਕਰ ਰਹੇ ਹਾਂ। ਨਾਮ ਬੜਾ ਉਹਨਾਂ ਦੇ ਵਿੱਚ ਇਸ ਵਿੱਚ ਆਂਦਾ ਪਿਆ ਸੀ। ਹੁਣ ਤੁਸੀਂ ਅਖੀਰ ਤੇ ਆ ਕੇ ਜੱਜਮੈਂਟ ਨੂੰ ਦੇਖੀਏ ਕਿ ਲੱਗਦਾ ਕਿ ਵਾਕਈ ਕੋਈ ਪ੍ਰਤਾਪ ਨੇ ਪਿਛਲੇ 5-6 ਸਾਲ ਤੋਂ ਇਨਵੈਸਟੀਗੇਸ਼ਨ ਕੀਤੀ ਸੀ, ਉਹ ਸੀ ਕੋਰਟ ਨੇ ਧੱਜੀਆਂ ਉਡਾ ਦਿੱਤੀਆਂ ਨੇ। ਸਰ ਵੇਖੋ, ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ, ਮੇਰੇ ਓਪੀਨੀਅਨ ਦੇ ਵਿੱਚ ਮੈਂ ਕਿਸੇ ਵੀ ਇੰਟਰਵਿਊ ਦੇ ਵਿੱਚ ਸੁਮੇਧ ਸੈਣੀ ਜਾਂ ਉਮਰਾ ਨੰਗਲ ਦੇ ਰੋਲ ਬਾਰੇ ਜ਼ਰੂਰ ਜ਼ਿਕਰ ਕੀਤਾ ਹੈ। ਮੈਂ ਬਾਕੀ ਆਫੀਸ਼ੀਅਲਸ ਦਾ, ਸੀਨੀਅਰਸ ਦਾ ਜਾਂ ਪੋਲੀਟੀਕਲ ਫੰਕਸ਼ਨਰੀਜ਼ ਦਾ ਕਿਉਂ ਨਹੀਂ ਕੀਤਾ? ਬਿਕੋਜ਼ ਮੇਰੇ ਓਪੀਨੀਅਨ ਦੇ ਵਿੱਚ ਐਜ਼ ਅ ਲਾਇਰ ਇੱਕ ਡੀਜੀਪੀ ਨੇ ਆਰਡਰਸ ਇਸ਼ੂ ਕਰਨੇ ਹੁੰਦੇ ਹੈ। ਆਰਡਰਸ ਇਹੋ ਜਿਹੇ ਸੀਐਮ ਨੇ ਨਹੀਂ ਕਰਨੇ ਹੁੰਦੇ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਹੈ। ਉਹ ਡੀਜੀਪੀ ਦਾ ਪ੍ਰੈਰੋਗੇਟਿਵ ਹੁੰਦਾ। ਡੀਜੀਪੀ ਲਾਇਆ ਹੀ ਹੋ ਜਾਂਦਾ ਹੈ ਔਰ ਜੂਨੀਅਰ ਆਫੀਸਰਸ ਨੇ ਸੀਨੀਅਰ ਆਫੀਸਰ ਤੋਂ ਇਨਸਟਰਕਸ਼ਨਸ ਲੈਣੀਆਂ ਹੁੰਦੀਆਂ। ਸੋ ਜਿਹੜਾ ਰੋਲ ਹੈ, ਜਿਹੜੀ ਲਾਇਬਿਲਿਟੀ ਹੈ, ਜਿਹੜੀ ਰਿਸਪੌਂਸਿਬਿਲਿਟੀ, ਉਹ ਡੀਜੀਪੀ ਤੇ ਮੁੱਕਦੀ ਹੈ, ਨਾ ਕਿ ਉਹਦੇ ਉੱਤੇ ਲੀਗਲੀ। ਜੇ ਆਪਾਂ ਦੇਖੀਏ ਕਾਨੂੰਨੀ ਤੌਰ ਤੇ, ਹੁਣ ਜੇ ਡੀਜੀਪੀ ਕਵੇ ਜੀ ਮੈਂ ਸੀਐਮ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰਦਾ, ਉਹ ਚੀਜ਼ ਡੀਜੀਪੀ ਨੂੰ ਪ੍ਰੂਵ ਕਰਨੀ ਹੈ ਲੀਗਲੀ। ਮੈਂ ਬਿਲਕੁਲ ਕਾਨੂੰਨੀ ਗੱਲ ਕਰ ਰਿਹਾ, ਮੈਂ ਕੋਈ ਪਾਰਟੀ ਐਂਗਲ ਤੋਂ ਨਹੀਂ ਕਰ ਰਿਹਾ। ਜਦੋਂ ਇੱਕ ਡੀਜੀਪੀ ਨੂੰ ਤੁਸੀਂ, ਡੀਜੀਪੀ ਦੀ ਪੋਸਟ ਦੀ ਆਪਾਂ ਗੱਲ ਕਰੀਏ, ਉਸ ਪੋਸਟ ਦੇ ਨਾਲ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਹੈਗੀਆਂ, ਪਾਵਰਸ ਹੈਗੀਆਂ। ਇੱਕ ਆਈਜੀ ਡੀਜੀਪੀ ਤੋਂ ਅਪਰੂਵਲ ਲਊਗਾ, ਡੀਜੀਪੀ ਨੇ ਐਜ਼ ਪਰ ਲਾਅ ਪ੍ਰੋਸੀਡ ਕਰਨਾ ਹੈ, ਫਾਈਨਲ ਅਥਾਰਟੀ ਵਿਲ ਬੀ ਦਾ ਡੀਜੀਪੀ। ਸੋ ਇਸ ਕਰਕੇ ਡੀਜੀਪੀ ਦੀ ਲਾਇਬਿਲਿਟੀ ਤਾਂ ਡਾਇਰੈਕਟ ਬਣਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ। ਜੇ ਕੋਈ ਵੀ ਆਰਡਰਸ ਇਸ਼ੂ ਹੋਇਆ ਗਲਤ ਜਾਂ ਸਹੀ, ਡੀਜੀਪੀ ਦੀ ਰਿਸਪੌਂਸਿਬਿਲਿਟੀ ਹੈ। ਰਹੀ ਗੱਲ ਜਿਹੜੀ ਕੋਰਟ ਦੀ ਆਬਜ਼ਰਵੇਸ਼ਨ ਹੈ ਕਿ ਸੀਐਮ ਦੀ ਲਾਇਬਿਲਿਟੀ ਸਿਰਫ ਫੋਨ ਕਾਲਸ 'ਤੇ ਨਹੀਂ, ਕੁਝ ਕੰਕਰੀਟ ਹੋਵੇ ਤਾਂ ਬਣਦੀ ਹੈ, ਉਸ ਚੀਜ਼ ਨੂੰ ਕੋਰਟ ਨੇ ਕਨਕਲੂਸਿਵ ਨਹੀਂ ਕਿਹਾ। ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਜਿਹੜੀ ਮੈਂ ਪਿਛਲੀ ਇੰਟਰਵਿਊ 'ਚ ਵੀ ਤੁਹਾਨੂੰ ਕਹੀ ਸੀ ਕਿ ਜਿੱਥੇ ਤੱਕ ਗਵਰਨਮੈਂਟ ਦਾ ਸਵਾਲ ਹੈ, ਉਸ ਵੇਲੇ ਦੀ ਗਵਰਨਮੈਂਟ, ਜੇ ਸੁਮੇਧ ਸੈਣੀ ਦੀ ਲਾਇਬਿਲਿਟੀ ਬਾਦਲ ਗਵਰਨਮੈਂਟ ਨੇ ਨਾ ਮੰਨੀ ਹੁੰਦੀ ਤੇ ਉਸ ਆਪਣੇ ਹੀ ਲਾਏ ਡੀਜੀਪੀ ਨੂੰ ਕਿਉਂ ਟ੍ਰਾਂਸਫਰ ਆਊਟ ਕਰਦੇ? ਉਹ ਟ੍ਰਾਂਸਫਰ ਆਊਟ ਕਰਨਾ ਵਾਜ਼ ਅ ਕਲੀਅਰ ਮੈਸੇਜ ਕਿ ਜੀ ਅਸੀਂ ਮੰਨਦੇ ਹਾਂ ਸੁਮੇਧ ਸੈਣੀ ਨੇ ਗਲਤੀ ਕੀਤੀ ਹੈ। ਇਹੀ ਚੀਜ਼ਾਂ ਦਾ ਵਿੱਚ ਹੈ ਨਹੀਂ ਨਾ। ਤੁਸੀਂ ਅਕਿਊਜ਼ਡ ਕਹਿੰਦੇ ਵੀ ਬਾਦਲ ਸਾਹਿਬ ਨੂੰ ਕਿਤੇ ਕੀਤਾ ਨਹੀਂ ਗਿਆ, ਪਰ ਦੂਸਰੇ ਪਾਸੇ ਟ੍ਰਾਂਸਫਰ ਦੀ ਵੀ ਗੱਲ ਆ ਜਾਂਦੀ ਹੈ। ਟ੍ਰਾਂਸਫਰ ਡੀਜੀਪੀ ਨੂੰ ਕਰਨਾ ਮਤਲਬ ਗਵਰਨਮੈਂਟ ਨੇ ਸਟੈਪ ਤਾਂ ਚੁੱਕਿਆ ਸੀ ਨਾ। ਗਵਰਨਮੈਂਟ, ਜਿਹੜੀ ਗਵਰਨਮੈਂਟ ਨੇ ਲਾਇਆ ਉਸੇ ਗਵਰਨਮੈਂਟ ਨੇ ਟ੍ਰਾਂਸਫਰ ਆਊਟ ਕੀਤਾ। ਇਹਦਾ ਮਤਲਬ ਉਹਨਾਂ ਨੂੰ ਲੱਗਿਆ ਕਿ ਡੀਜੀਪੀ ਨੇ ਗਲਤ ਕਦਮ ਚੁੱਕਿਆ ਔਰ ਇਨਕੁਆਇਰੀ ਕਮਿਸ਼ਨ ਬਣਾ ਦਿੱਤਾ ਗਿਆ, ਐਫਆਈਆਰ ਦੀ ਤਫਤੀਸ਼ ਸ਼ੁਰੂ ਕੀਤੀ। ਤੁਸੀਂ ਮੇਰੀ ਗੱਲ ਦਾ ਫਰਕ ਇੱਕ ਸਮਝੋ। ਮੈਂ ਇਹ ਨਹੀਂ ਕਹਿ ਰਿਹਾ ਕਿ ਜੇ ਉਹਨਾਂ ਨੇ ਆਪਣਾ ਡੀਜੀਪੀ ਬਦਲਤਾ ਇਹਦਾ ਮਤਲਬ ਉਹ ਆਪ ਦੋਸ਼ੀ ਹੋ ਗਏ, ਨਹੀਂ। ਇਹਦਾ ਮਤਲਬ ਉਹਨਾਂ ਨੂੰ ਲੱਗਿਆ ਕਿ ਸਾਡੇ ਡੀਜੀਪੀ ਦਾ ਆਰਡਰ ਗਲਤ ਸੀ ਜਾਂ ਡੀਜੀਪੀ ਦੀ ਲਾਇਬਿਲਿਟੀ ਬਣ ਰਹੀ ਹੈ। ਇਹ ਚੀਜ਼ ਬਚਾਉਣ ਵਾਸਤੇ ਵੀ ਕੀਤੀ ਜਾ ਸਕਦੀ ਹੈ। ਸਰ ਕਿਸੇ ਨੂੰ ਟ੍ਰਾਂਸਫਰ ਆਊਟ ਕਰਕੇ ਅਗਲਾ ਬਚੂਗਾ ਥੋੜੀ। ਜੇ ਬੰਦੇ ਨੂੰ ਤੁਸੀਂ ਟ੍ਰਾਂਸਫਰ ਆਊਟ ਕਰਕੇ ਇਨਵੈਸਟੀਗੇਸ਼ਨ ਆਰਡਰ ਕਰਤੀ, ਫਿਰ ਉਹ ਬਚੂਗਾ ਨਹੀਂ, ਫਿਰ ਉਹਦੇ ਖਿਲਾਫ ਪ੍ਰੋਸੀਡ ਕਰਨਗੇ। ਜੇ ਉਹ ਪਾਵਰਫੁਲ ਪੋਸਟ ਤੇ ਬੈਠਾ, ਫਿਰ ਉਹਦੇ ਖਿਲਾਫ ਕੋਈ ਪ੍ਰੋਸੀਡ ਨਹੀਂ ਕਰੂਗਾ। ਜੇ ਸੀਐਮ ਨੇ ਡੀਜੀਪੀ ਦੀ ਪੋਸਟ ਤੋਂ ਹਟਾਤਾ ਬੰਦੇ ਨੂੰ, ਇਹਦਾ ਮਤਲਬ ਉਹਦੇ ਖਿਲਾਫ ਤਫਤੀਸ਼ ਹੋਣੀ ਸੌਖੀ ਹੋਗੀ। ਨਹੀਂ ਤਾਂ ਜੇ ਤਫਤੀਸ਼ ਪੁਲਿਸ ਵਾਲੇ ਕਰ ਰਹੇ ਹੁੰਦੇ ਔਰ ਸੁਮੇਧ ਸੈਣੀ ਡੀਜੀਪੀ ਹੁੰਦਾ ਤਾਂ ਸੁਮੇਧ ਸੈਣੀ ਨੇ ਕਦੇ ਅਕਿਊਜ਼ ਬਣਨਾ ਹੀ ਨਹੀਂ ਸੀ। ਕਿਹੜੇ ਬੰਦਿਆਂ ਨੇ ਸ਼ਿਕਾਇਤ ਦੇਤੀ ਸੁਮੇਧ ਸੈਣੀ ਦੇ ਖਿਲਾਫ, ਮੈਨੂੰ ਦੱਸੋ ਅੱਜ ਤੱਕ? ਉਹ ਉਦੋਂ ਦੇਣ ਲੱਗੇ ਜਦੋਂ ਇਹ ਡੀਜੀਪੀ ਦੀ ਪੋਸਟ ਤੋਂ ਹਟਿਆ। ਮੈਂ ਤਾਂ ਸੁਮੇਧ ਸੈਣੀ ਦੇ ਖਿਲਾਫ ਕੇਸਿਸ ਉਦੋਂ ਵੀ ਲੜੇ ਆ ਜਦੋਂ ਇਹ ਵਿਜੀਲੈਂਸ ਚੀਫ ਸੀ ਜਾਂ ਡੀਜੀਪੀ ਸੀ, ਪਰ ਪਬਲਿਕ ਕਿੰਨੀ ਕੁ ਅੱਗੇ ਆ ਗਈ ਸ਼ਿਕਾਇਤਾਂ ਲੈ ਕੇ ਇਹਦੇ ਖਿਲਾਫ। ਸਰ ਇੱਕ ਹੋਰ ਬੜਾ ਸਵਾਲ ਹੈ। ਤੁਸੀਂ ਹੁਣ ਜਿਵੇਂ ਕਹਿ ਦਿਓ ਕਿ ਦੋਸ਼ੀ ਨਹੀਂ ਹੈਗੇ ਬਾਦਲ, ਜੋ ਆਪਾਂ ਇਸ ਬਿਹਾਫ ਤੇ ਜੇ ਗੱਲ ਕਰ ਲਈਏ, ਅਗਲੀ ਸਿੱਟ ਬੰਦੀ ਹੈ, 6 ਮਹੀਨੇ ਦਾ ਸਮਾਂ ਕਿ ਸਿੱਟ ਦੁਬਾਰਾ, ਜੇ ਜੱਜਮੈਂਟ ਦੀ ਗੱਲ ਕਰ ਲਈਏ, ਬਾਦਲ ਸਾਹਿਬ ਕੋਲ ਪੁੱਛਗਿੱਛ ਹੋ ਸਕਦੀ ਹੈ ਕਿ ਹੁਣ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਦੇਖੋ ਉਹ ਤਾਂ ਸਿੱਟ ਦੀ ਮਰਜ਼ੀ ਹੈ ਨਾ, ਉਹਨਾਂ ਨੂੰ ਕੀ ਇਹ ਲੱਗਦਾ। ਆਪਾਂ ਅਦਾਲਤੀ ਤੌਰ ਤੇ ਦੇਖੀਏ ਜੀ। ਸਰ ਅਦਾਲਤ ਨੇ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਕਿ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਕਰਨੀ ਹੈ। ਕੋਰਟ ਨੇ ਤਾਂ ਬੜੀ ਕਲੀਅਰ ਡਾਇਰੈਕਸ਼ਨ ਦਿੱਤੀ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ देयर विल बी नो ਇੰਟਰਫੀਅਰੈਂਸ। ਤੁਸੀਂ ਕਿਸੇ ਪੋਲੀਟੀਕਲ ਸੁਪੀਰੀਅਰ ਕੋਲ ਨਹੀਂ ਜਾਣਾ, ਤੁਸੀਂ ਤਫਤੀਸ਼ ਕਰਕੇ ਕੋਰਟ ਦੇ ਵਿੱਚ ਚਲਾਨ ਦੇਣਾ। ਮੈਂ ਤੁਹਾਨੂੰ ਲਾਈਨ ਵੀ ਪੜ੍ਹ ਦਿੰਦਾ। Hello. There shall be no interference from any quarter, internal or external, with this SIT qua the investigation. This SIT shall not report to any state executive or police authority qua the investigation in question. It shall report only to the concerned magistrate in accordance with law. So ਉਹਨਾਂ ਨੇ ਤਾਂ ਕਿਹਾ ਆਪਣੀ ਤਫਤੀਸ਼ ਕਰੋ, ਕਿਸੇ ਨਾਲ ਡਿਸਕਸ ਨਹੀਂ ਕਰਨਾ, ਜਾ ਕੇ ਚਲਾਨ ਫਾਈਲ ਕਰੋ। ਜੋ ਵੀ ਹੈ ਚਲਾਨ ਹੈ ਜਾਂ ਜੋ ਵੀ ਰਿਪੋਰਟ ਫਾਈਲ ਕਰਨੀ ਹੈ, ਤੁਸੀਂ ਮੰਨ ਲਓ ਕਿਸੇ ਚੀਜ਼ ਤੇ ਅਨਟ੍ਰੇਸਡ ਕਰਦੇ ਰਿਪੋਰਟ ਜਾਂ ਕੋਈ ਕੈਂਸਲੇਸ਼ਨ ਕਰਦੇ, ਜੋ ਕਰਨਾ ਤੁਸੀਂ ਕੋਰਟਸ ਫਾਈਲ ਕਰੋਗੇ। ਅੱਛਾ, ਆਪਾਂ ਜੇ ਹੋਰ ਕਾਨੂੰਨ ਦੀ ਗੱਲ ਕਰ ਲਈਏ, ਇਹ ਵੀ ਬੜੀ ਚਰਚਾ ਬਣੀ ਹੋਈ ਸੀ ਕਿਉਂਕਿ ਤੁਸੀਂ ਵਕੀਲ ਹੋ, ਅਸੀਂ ਇਹਨੂੰ ਸਪਸ਼ਟ ਕਰ ਸਕਦੇ ਹੋ ਕਿ ਕੋਈ ਪ੍ਰਤਾਪ ਤਾਂ ਕਹਿ ਨੇ ਕਿ ਹੁਣ ਉਹ ਸਿੱਟ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹਿੱਸਾ ਨਹੀਂ ਬਣਨਗੇ। ਉਹ ਦੂਸਰੇ ਪਾਸੇ ਇਹ ਜੱਜਮੈਂਟ 'ਚ ਲਿਖਿਆ ਕਿ ਕੋਈ ਪ੍ਰਤਾਪ ਕਿਸੇ ਵੀ ਸਿੱਟ ਵਿੱਚ ਜਾਂ ਕੋਈ ਵੀ ਚੀਜ਼ ਦਖਲਅੰਦਾਜ਼ੀ ਨਹੀਂ ਕਰਨਗੇ। ਉਸ ਦੇ ਬਾਵਜੂਦ ਕਿ ਲਾ ਕਹਿੰਦਾ ਜੇ ਪੁੱਛਣ ਦੀ ਗੱਲਬਾਤ ਹੋਵੇ ਕੋਈ ਪ੍ਰਤਾਪ ਕੋਲੋਂ ਕੀ ਪੁੱਛ ਸਕਦੇ ਨੇ, ਇਹ ਹੈਗਾ ਕਿਤੇ ਕਾਨੂੰਨ ਦੇ ਦਾਇਰੇ 'ਚ? ਪੁੱਛਣਾ will mean as a witness,
ਐਜ਼ ਅ ਵਿਟਨੈਸ ਬੁਲਾ ਕੇ ਪੁੱਛਣਾ ਕਿ ਜੀ ਆ ਸਾਨੂੰ ਰਿਕਾਰਡ ਨਹੀਂ ਮਿਲ ਰਿਹਾ ਜਾਂ ਆ ਚੀਜ਼ ਤੁਸੀਂ ਕੀਤੀ ਸੀ ਸਾਨੂੰ ਦੱਸ ਦਿਓ ਕੀ ਸੀ, ਉਹ ਐਜ਼ ਅ ਵਿਟਨੈਸ ਬੁਲਾ ਰਹੇ ਹੋ ਤੁਸੀਂ। ਇਹ ਇਨਵੈਸਟੀਗੇਟਿੰਗ ਟੀਮ ਦਾ ਰੋਲ ਹੈ। ਇਨਵੈਸਟੀਗੇਟਿੰਗ ਟੀਮ ਮਤਲਬ ਐਜ਼ ਇਨਵੈਸਟੀਗੇਟਿੰਗ ਆਫਿਸਰ ਨੇ ਮਟੀਰੀਅਲ ਇਕੱਠਾ ਕਰਕੇ ਓਪੀਨੀਅਨ ਫਾਰਮ ਕਰਨਾ ਹੈ। ਜਦੋਂ ਤੁਸੀਂ ਕਿਸੇ ਵਿਟਨੈਸ ਨੂੰ ਬੁਲਾ ਰਹੇ ਹੋ, ਤੁਸੀਂ ਉਹ ਵਿਟਨੈਸ ਦਾ ਓਪੀਨੀਅਨ ਨਹੀਂ ਮੰਗ ਰਹੇ, ਤੁਸੀਂ ਉਹ ਵਿਟਨੈਸ ਨੂੰ ਕਹਿੰਦੇ ਹੋ ਹਾਂ ਵੀ ਕੀ ਤੁਹਾਡੀ ਵਰਜਨ ਹੈ ਉਹ ਸਾਨੂੰ ਦੱਸ ਦਿਓ। ਉਹ ਵਰਜਨ ਨੂੰ ਬਿਲੀਵ ਕਰਨਾ, ਡਿਸਬਿਲੀਵ ਕਰਨਾ, ਉਹਨੂੰ ਕਿੰਨਾ ਬਿਲੀਵ ਕਰਨਾ ਹੈ, ਉਹ ਸਿਰਫ ਔਰ ਸਿਰਫ ਡਿਸਕ੍ਰੀਸ਼ਨ ਇਨਵੈਸਟੀਗੇਟਿੰਗ ਟੀਮ ਦੀ ਹੁੰਦੀ ਹੈ, ਇਨਵੈਸਟੀਗੇਟਿੰਗ ਆਫਿਸਰ ਦੀ ਹੁੰਦੀ ਹੈ। ਸੋ ਜੇ ਮਿਸਟਰ ਕੁੰਵਰ ਵਿਜੇ ਨੂੰ ਬੁਲਾਉਂਦੇ ਵੀ ਹੈ, ਦੇ ਵਿਲ ਬੀ ਕਾਲਿੰਗ ਹਿਮ ਐਜ਼ ਅ ਵਿਟਨੈਸ ਦੇ ਤੌਰ ਤੇ ਬੁਲਾਉਣ 'ਤੇ ਤਾਂ ਕੋਈ ਰੋਕ ਹੀ ਹੈ ਨਹੀਂ। ਟੀਮ ਦਾ ਹਿੱਸਾ ਨਹੀਂ ਬਣ ਸਕਦੇ, ਟੀਮ ਨੂੰ ਅਸਿਸਟ ਨਹੀਂ ਕਰ ਸਕਦੇ ਅਨਲੈਸ ਇਹ ਜਜਮੈਂਟ ਦੇ ਉੱਤੇ ਉਹਨਾਂ ਨੂੰ ਕਿਤੇ ਸਟੇ ਮਿਲਦਾ ਸੀ। ਅੱਛਾ, ਇੱਕ ਹੋਰ ਵੀ ਸਵਾਲ ਇਹ ਬੜੀ ਚਰਚਾ ਵਿੱਚ ਬਣਿਆ ਹੋਇਆ ਸੀ ਕਿ ਜਿਸ ਵੇਲੇ ਤੁਸੀਂ ਸਾਰੀ ਗੱਲਬਾਤ ਰੱਖਦੇ ਹੋ ਕਿ ਕੁੰਵਰ ਪ੍ਰਤਾਪ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ ਜੇ ਨਵੀਂ ਸਿੱਟ ਬਣਦੀ ਹੈ। ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਨੇ ਆਪਣਾ ਜੋ ਜਜਮੈਂਟ ਵਿੱਚ ਲਿਖੀ ਹੋਈ ਹੈ ਕਿ ਇਹ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਕੁਐਸਚਨ ਮਾਰਕ ਕੀਤਾ ਹੋਇਆ, ਉਹ ਕੁਐਸਚਨ ਮਾਰਕ ਦੇ ਬਿਹਾਰ ਦੇ ਉੱਤੇ ਕਿ ਨਵੀਂ ਸਿੱਟ ਕੁੰਵਰ ਪ੍ਰਤਾਪ ਕੋਲੋਂ ਪੁੱਛਗਿੱਛ ਕਰ ਸਕਦੀ ਹੈ? ਨਹੀਂ, ਉਹਦੀ ਲੋੜ ਨਹੀਂ, ਕਿਉਂਕਿ ਜਿਹੜਾ ਚਲਾਨ ਸੈਟੀਸਫਾਈਡ ਹੋ ਗਿਆ, ਐਵੀਡੈਂਸ ਤਾਂ ਇਹਨਾਂ ਕੋਲ ਪਈ ਹੈ। ਜਦੋਂ ਚਲਾਨ ਸੈਟੀਸਫਾਈਡ ਕਰਤਾ ਤੇ ਉਹ ਇਨਵੈਸਟੀਗੇਸ਼ਨ ਜਿਹੜੀ ਹੈ ਉਸ ਹਿੱਸੇ ਦੀ ਫਰੈਸ਼ ਹੋਣੀ ਹੈ। ਉਹ ਫਰੈਸ਼ ਇਨਵੈਸਟੀਗੇਸ਼ਨ ਹੋਊਗੀ, ਇਹਦਾ ਮਤਲਬ ਹੈ ਟੀਮ ਨੇ ਮਟੀਰੀਅਲ ਇਕੱਠੇ ਤੇ ਆਪ ਇੰਡੀਪੈਂਡੈਂਟਲੀ ਐਕਟ ਅਪਨ ਕਰਨਾ ਹੈ। ਸੋ ਮੇਰੇ ਖਿਆਲ ਨਾਲ ਕਿਸੇ ਵੀ ਐਂਗਲ ਤੋਂ ਉਹਨਾਂ ਨੂੰ ਮਿਸਟਰ ਕੁੰਵਰ ਵਿਜੇ ਦੀ ਪੁੱਛਗਿੱਛ ਕਰਨ ਦੀ ਲੋੜ ਨਹੀਂ ਹੈ। ਡਾਕੂਮੈਂਟਸ ਜਿਹੜੇ ਹੁੰਦੇ ਆ ਕੇਸ ਦੇ, ਜੋ ਐਵੀਡੈਂਸ ਕਲੈਕਟ ਹੋਈ ਹੈ, ਜੋ ਵੀਡੀਓ ਫੁਟੇਜ ਹੈ, ਉਹ ਆਲਰੇਡੀ ਉਹਨਾਂ ਦੇ ਪੋਜੀਸ਼ਨ 'ਚ ਹੋਣੀ ਹੈ। ਉਹ ਰਿਕਾਰਡ ਹੁੰਦਾ ਹੈ ਕੇਸ ਦਾ, ਉਹ ਆਫਿਸ ਦੇ ਵਿੱਚ ਪਿਆ ਹੁੰਦਾ, ਉਹਨਾਂ ਨੂੰ ਹੈਂਡਓਵਰ ਹੋ ਜਾਊਗਾ, ਉਹ ਇਨਵੈਸਟੀਗੇਟ ਕਰਨਗੇ, ਕੁਝ ਲੋੜ ਹੀ ਨਹੀਂ ਹੈ ਉਹਦੇ 'ਚ। ਅੱਛਾ, ਇਹ ਮੇਰਾ ਕਾਫੀ ਸਵਾਲ ਹੈ ਕਿ ਕਿਉਂ ਚਰਚਾ ਇਸ ਚੀਜ਼ ਦੇ ਉੱਤੇ ਬਣੀ ਹੋਈ ਸੀ? ਆਪਾਂ ਨਾਵਾਂ ਦੀ ਲੈ ਕੇ ਜੇ ਗੱਲ ਕਰ ਲਈ, ਉਮਰ ਨੰਗਲ, ਸਮੇਤ ਸੈਣੀ, ਬਾਦਲ ਸਾਹਿਬ ਦਾ ਨਾਮ ਲੈ ਲਈਏ, ਇਹ ਨਾਮ ਦੀ ਚਰਚਾ ਬੜੀ ਬਣੀ ਹੋਈ ਸੀ। ਹੁਣ ਆਖਰੀ ਪੜਾਅ 'ਚ ਪਾ ਕੇ ਦੇਖਦੇ ਹਾਂ, ਹਲੇ ਇਨਕੁਆਇਰੀ ਤਾਂ ਚੱਲੂਗੀ ਪਰ ਸਿੱਟ ਨਵੀਂ ਕਰੂਗੀ। ਇਹ ਇੰਨੇ ਸਾਲ ਨਾਮਾਂ ਦੀ ਚਰਚਾ ਬਣਦੀ ਰਹੀ, ਜਾ ਕੇ ਕਿਤੇ ਜੱਜ ਸਾਹਿਬ ਨੇ ਇਹ ਚੀਜ਼ ਲਿਖੀ ਹੈ ਕਿ ਇਹ ਨਾਮ ਉੱਪਰ ਕੁਐਸਚਨ ਮਾਰਕ ਲਾਇਆ ਹੋਵੇ ਵੀ ਇਹ ਉਸ ਵਿੱਚ ਨਹੀਂ ਹੈਗਾ ਸੀ, ਜਾਂ ਹੋਰ ਬਾਕੀ ਨਾਮ ਦੀ ਵੀ ਚਰਚਾ ਕਰ ਲਈਏ ਵੀ ਇਹ ਨਾਮ ਦੇ ਵਿੱਚ ਬੰਦੇ ਨਹੀਂ ਹੈਗੇ ਸੀ, ਤੁਸੀਂ ਕਿਉਂ ਲਿਖਿਆ? ਕੋਈ ਪ੍ਰਤਾਪ ਲਈ ਸਵਾਲ ਕੀਤਾ ਗਿਆ? ਨਹੀਂ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਕੋਰਟ ਦੇ ਵਿੱਚ ਆ ਪੁਆਇੰਟ ਆਊਟ ਕੀਤਾ ਹੈ, ਇਹ ਸਿਰਫ ਮਿਸਟਰ ਬਾਦਲ ਨੂੰ ਲੈ ਕੇ ਕਿਹਾ ਹੈ ਕੋਰਟ ਨੇ ਕਿ ਜਦੋਂ ਤੁਸੀਂ ਉਹਨਾਂ ਨੂੰ ਐਕਿਊਜ਼ਡ ਹੀ ਨਹੀਂ ਬਣਾਇਆ ਤੇ ਫਿਰ ਐਪਲੀਕੇਸ਼ਨ ਕਿਉਂ ਲਾਈ ਗਈ ਹੈ ਸੇਇੰਗ ਕਿ ਹੀ ਇਜ਼ ਐਨ ਐਕਿਊਜ਼ਡ। ਉਸ ਤੋਂ ਇਲਾਵਾ ਬਾਕੀ ਕਿਤੇ ਵੀ ਇਨਵੈਸਟੀਗੇਸ਼ਨ ਨੂੰ ਐਜ਼ ਸੱਚ ਕੁਐਸਚਨ ਨਹੀਂ ਕੀਤਾ ਇਹ ਕਹਿ ਕੇ ਕਿ ਫਲਾਨਾ ਬੰਦਾ ਐਕਿਊਜ਼ਡ ਕਿਉਂ ਬਣਾਇਆ ਤੇ ਫਲਾਨਾ ਕਿਉਂ ਨਹੀਂ ਬਣਾਇਆ। ਇੱਕ ਥਾਂ ਤੇ ਇਹ ਰੈਫਰੈਂਸ ਆਉਂਦੀ ਹੈ ਕਿ ਐਸਡੀਐਮ ਨੂੰ ਜੇ ਤੁਸੀਂ ਕੁਐਸਚਨ ਕਰ ਰਹੇ ਹੋ, ਐਸਡੀਐਮ ਦੀ ਰਿਸਪੌਂਸਿਬਿਲਿਟੀ, ਔਰ ਉਹਦੇ ਵਿੱਚ ਲੈਪਸ ਲੱਗ ਰਿਹਾ ਤੇ ਐਸਡੀਐਮ ਨੂੰ ਫਿਰ ਐਕਿਊਜ਼ਡ ਕਿਉਂ ਨਹੀਂ ਬਣਾਇਆ, ਉਹ ਚੀਜ਼ ਇੱਕ ਥਾਂ ਤੇ ਜ਼ਰੂਰ ਰੈਫਰੈਂਸ ਆਉਂਦੀ ਹੈ। ਬਟ ਅਦਰਵਾਈਜ਼ ਕੋਰਟ ਦੀ ਜਜਮੈਂਟ ਦੇ ਵਿੱਚ ਕੋਈ ਵੀ ਉਸ ਚੀਜ਼ ਦੇ ਉੱਤੇ ਕੌਣ ਬਣਨਾ ਚਾਹੀਦਾ ਸੀ, ਕੌਣ ਨਹੀਂ ਬਣਨਾ ਚਾਹੀਦਾ ਸੀ, ਉਹਨਾਂ ਚੀਜ਼ਾਂ ਨੂੰ ਨਹੀਂ ਉਸ ਹੱਦ ਤੱਕ ਡਿਸਕਸ। ਕੋਰਟ ਨੇ ਕਿਹੜੇ ਵਿਅਕਤੀਆਂ ਨੂੰ ਨਹੀਂ ਛੱਡਿਆ? ਮੈਂ ਕਹਿੰਦਾ ਬਾਈ ਨੇਮ ਦੱਸ ਦਿਓ ਵੀ ਕਿਹੜੇ ਵਿਅਕਤੀਆਂ ਦੇ ਹੱਲੇ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਐਕਿਊਜ਼ਡ ਹੈਗੇ ਨੇ, ਕਿਤੇ ਚਰਚਾ ਕੀਤੀ ਗਈ? ਨਹੀਂ, ਬਿਲਕੁਲ ਵੀ ਨਹੀਂ। ਉਹ ਜਦੋਂ ਉਹਨਾਂ ਨੇ ਇਹ ਕਹਿਤਾ ਕਿ ਇਨਵੈਸਟੀਗੇਸ਼ਨ ਦੇ ਨਾਲ ਕੋਰਟ ਇਜ਼ ਨਾਟ ਸੈਟੀਸਫਾਈਡ ਤੇ ਇਨਵੈਸਟੀਗੇਸ਼ਨ ਸੈਟੀਸਫਾਈਡ ਕੀਤੀ ਹੈ ਜਿਹੜੇ ਰੀਜ਼ਨਸ ਦੇ ਕੇ, ਜਿਹੜੇ ਮੈਂ ਕਹਿ ਰਿਹਾ ਕਿ ਮੈਂ ਡਿਸਕਸ ਅਜੇ ਨਹੀਂ ਕਰ ਰਿਹਾ ਬਿਕੋਜ਼ ਮੇ ਬੀ ਗਵਰਨਮੈਂਟ ਉਹਨੂੰ ਚੈਲੰਜ ਕਰ ਰਹੀ ਹੋ, ਤਾਂ ਕਿਸੇ ਆਫਿਸਰ ਦੇ ਖਿਲਾਫ ਮੈਂ ਉਹ ਚੀਜ਼ ਡਿਸਕਸ ਨਹੀਂ ਕਰਨੀ ਚਾਹੁੰਦਾ ਵੈਨ ਉਹ ਮੈਟਰ ਸਬ ਜੁਡਿਸ ਹੋਣ ਵਾਲਾ। ਤੇ ਉਸ ਚੀਜ਼ ਕਰਕੇ ਜਿੱਥੇ ਤੱਕ ਆ ਸਵਾਲ ਉੱਠਦਾ ਹੈ ਕਿ ਕੋਰਟ ਨੇ ਇਨਵੈਸਟੀਗੇਸ਼ਨ ਦੇ ਵਿੱਚ ਕਮੈਂਟ ਕੀਤਾ, ਕਿਸੇ ਦੇ ਉੱਤੇ ਨਹੀਂ ਉਸ ਤਰ੍ਹਾਂ ਕੀਤਾ ਕਿ ਫਲਾਣੇ ਆਫਿਸਰ ਦਾ ਨਾਂ ਹੋਣਾ ਚਾਹੀਦਾ ਜਾਂ ਫਲਾਣੇ ਦਾ ਨਹੀਂ, ਜਾਂ ਉਹ ਚੀਜ਼ ਨੂੰ ਕੋਰਟ ਨੇ ਕਿਤੇ ਨਹੀਂ ਟੱਚ ਕੀਤਾ। ਇਹ ਕਿਹਾ ਹੈ ਕਿ ਇਨਵੈਸਟੀਗੇਟਿਵ ਓਪੀਨੀਅਨਸ ਜਿਹੜੇ ਫਾਰਮ ਹੋਏ ਹੈ ਉਹ ਬਾਇਸਡ ਹੈ ਜਾਂ ਨਹੀਂ, ਉਹ ਇਸ਼ੂ ਸੀ ਕੋਰਟ। ਅੱਛਾ, ਇਹਦਾ ਸਰ ਨਿਚੋੜੇ ਕੱਢਿਆ ਜਾ ਸਕਦਾ ਵੀ ਇਹਨੀ ਤਫਤੀਸ਼ ਹੋਈ, ਜੇ ਕੋਈ ਪ੍ਰਤਾਪ ਨੇ ਤਫਤੀਸ਼ ਸਹੀ ਨਹੀਂ ਕੀਤੀ, ਜੇ ਤਾਂ ਹੀ ਕੋਰਟ ਨੇ ਫਟਕਾਰ ਮਾਰੀ, ਇਹ ਚੀਜ਼ ਕਹੀ ਜਾ ਸਕਦੀ ਜਜਮੈਂਟ ਦੀ ਕਾਪੀ ਦੇਖ ਕੇ? ਬੇਸਿਕਲੀ ਤਾਂ ਆਹੀ ਕੋਰਟ ਨੇ ਕਿਹਾ ਹੈ ਕਿ ਇਨਵੈਸਟੀਗੇਸ਼ਨ ਫੇਅਰ ਨਹੀਂ ਸੀ, ਬਾਇਸਡ ਰੋਲ ਸੀ ਮਿਸਟਰ ਕੁੰਵਰ ਦਾ। ਬੇਸਿਕ ਰੀਜ਼ਨ ਕੋਰਟ ਨੇ ਆ ਲੈ ਕੇ ਉਹ ਇਨਵੈਸਟੀਗੇਸ਼ਨ ਸੈਟੀਸਫਾਈਡ ਕੀਤੀ ਹੈ। ਪਰ ਫਿਰ ਮੈਂ ਉਸੇ ਗੱਲ ਤੇ ਆਉਣਾ ਕਿ ਟਾਈਮ ਬਾਉਂਡ ਇਨਵੈਸਟੀਗੇਸ਼ਨ ਦਾ ਐਟਲੀਸਟ ਐਡਵਾਂਟੇਜ ਰਹੂਗਾ, ਜਿਹੜਾ ਇੱਕ ਜਜਮੈਂਟ ਦਾ ਇਹ ਸੀ ਕਿ ਸਾਰਾ ਕੁਝ ਰੀਡੂ ਕਰਨਾ ਪੈਣਾ ਹੈ, ਸਾਰਾ ਕੁਝ ਜ਼ੀਰੋ ਤੇ ਆ ਗਿਆ ਦੁਬਾਰਾ, ਪਤਾ ਨਹੀਂ ਕਿੰਨੇ ਸਾਲ ਵੇਟ ਕਰਨਗੇ। ਉਹ ਚੀਜ਼ ਕੋਰਟ ਨੇ ਆਪ ਹੀ ਕਵਰ ਕਰਤੀ ਹੈ ਕਹਿ ਕੇ ਕਿ ਹੁਣ ਇਨਸਾਫ ਛੇਤੀ ਦੇਣਾ ਜ਼ਰੂਰੀ ਹੈ। ਲੱਗਦਾ ਕਿ ਲੰਮਾ ਕੇਸ ਖਿੱਚੂਗਾ, ਹੋ ਜਾਊਗਾ 6 ਮਹੀਨੇ 'ਚ? ਜੇ 6 ਸਾਲ ਦੇ ਵਿੱਚ ਲੰਮਾ ਸਮਾਂ ਪੈ ਗਿਆ ਤਾਂ ਫਿਰ 6 ਮਹੀਨੇ 'ਚ ਕਿੱਦਾਂ ਹੋ ਸਕਦੀ ਹੈ? ਟਾਈਮ ਬਾਉਂਡ ਤਫਤੀਸ਼ ਤਾਂ ਕਦੇ ਉਹਨਾਂ ਨੇ ਕੀਤੀ ਨਹੀਂ ਸੀ। ਆਨਰੇਬਲ ਕੋਰਟ ਨੇ ਜਦੋਂ ਕਹਿਤਾ ਕਿ ਪ੍ਰੈਫਰੇਬਲੀ ਵਿਦਿਨ 6 ਮੰਥਸ ਕੰਕਲੂਡ ਕਰੋ, ਮਟੀਰੀਅਲ ਇਹਨਾਂ ਕੋਲ ਪਿਆ ਹੈ, ਵਿਟਨੈਸਿਸ ਦੀ ਲਿਸਟ ਇਹਨਾਂ ਕੋਲ ਪਈ ਹੈ, ਉਹ ਤਾਂ 6 ਮਹੀਨੇ 'ਚ ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ? ਕਰਨ ਤੇ ਆਉਣ 2 ਮਹੀਨਿਆਂ 'ਚ ਹੋ ਜੂਗੀ। ਉਹ ਡਿਪੈਂਡ ਕਰਦਾ ਹੈ ਕਿੰਨੀ ਐਵੀਡੈਂਸ ਹੈ, ਕਿੰਨੀ ਇਹਨਾਂ ਨੂੰ ਹੋਰ ਕਲੈਕਟ ਕਰਨੀ ਹੈ, ਮੰਨ ਲਓ ਹੋਰ ਕਲੈਕਟ ਵੀ ਕਰਨੀ ਹੈ, ਤੇ 6 ਮਹੀਨੇ 'ਚ ਮੇਰੇ ਖਿਆਲ ਨਾਲ ਆਰਾਮ ਨਾਲ ਕਰ ਸਕਦਾ। ਪਰ ਜਦੋਂ ਕੋਰਟ ਨੇ ਕਹਿਤਾ ਔਰ ਉਸ ਹਿੱਸੇ ਨੂੰ ਜੇ ਚੈਲੰਜ ਨਹੀਂ ਕਰਦੇ, ਫਿਰ ਇਹ 6 ਮਹੀਨਿਆਂ 'ਚ ਕੰਕਲੂਡ ਹੋ ਸਕਦੀ ਹੈ। ਚਲੋ ਆਪਾਂ ਇਸ ਗੱਲ ਤੇ ਆ ਜਾਂਦੇ, ਤੁਸੀਂ ਕਿਹਾ 6 ਮਹੀਨੇ ਵਿੱਚ ਇਸ ਤਫਤੀਸ਼ ਨੂੰ ਕਰੋ। ਮੰਨ ਲਈ 6 ਮਹੀਨੇ ਤੱਕ ਵੀ ਸਿੱਟ ਜਿਹੜੀ ਨਤੀਜੇ ਤੇ ਨਹੀਂ ਪਹੁੰਚਦੀ, ਉਸ ਤੋਂ ਬਾਅਦ ਫਿਰ ਕੋਰਟ ਕਿਹੋ ਜਿਹਾ ਫੈਸਲਾ ਦੇ ਸਕਦੀ ਹੈ? ਉਹ ਡਿਪੈਂਡ ਕਰਦਾ, 6 ਮਹੀਨੇ 'ਚ ਨਹੀਂ ਹੈ, 7 'ਚ ਕਰ ਦਿੰਦੀ ਹੈ ਤਾਂ ਜਨਰਲੀ ਮਹੀਨਾ ਉੱਤੇ ਥੱਲੇ ਕੋਰਟ ਨਹੀਂ ਉਸ ਚੀਜ਼ ਨੂੰ ਕਨਕਲੂਸਿਵ ਨਹੀਂ ਲੈਂਦੀ।
ਔਰ ਬਾਕੀ ਗੱਲ ਇਹ ਹੈ ਕਿ ਆਪਾਂ ਚੀਜ਼ ਨੂੰ ਸ਼ੁਰੂ ਹੋਣ ਦਈਏ, ਪ੍ਰੋਸੀਡ ਕਰਨ ਦਈਏ। ਇਸ ਤੋਂ ਪਹਿਲਾਂ ਆਪਾਂ ਡਿਸਾਈਡ ਕਰੀਏ ਕਿ 6 ਮਹੀਨੇ 'ਚ ਹੁੰਦੀ ਹੈ ਜਾਂ ਸਾਲ 'ਚ ਹੁੰਦੀ ਹੈ। ਮੇਰਾ ਤਾਂ ਸਵਾਲ ਹੈ ਕਿਉਂਕਿ ਕਾਫੀ ਇਹੋ ਜਿਹੀ ਚੀਜ਼ਾਂ ਹੋਈਆਂ ਨੇ ਜੋ ਪਿਛਲੇ ਕਈ ਸਾਲ ਤੋਂ ਲਮਕਦੀਆਂ ਪਈਆਂ ਨੇ, ਇਨਸਾਫ ਕਿਤੇ ਨਹੀਂ ਮਿਲਿਆ, 6 ਸਾਲ ਹੋ ਗਏ ਨੇ, ਫਿਰ ਦੁਬਾਰਾ ਜੀਰੋ ਤੋਂ ਸ਼ੁਰੂ ਕਰਨਾ ਪੈਣਾ ਹੈ। ਇਹ ਛੇਤੀ ਹੋ ਜਾਊਗਾ ਇੰਨਾ ਕੰਮ, ਕਿਉਂਕਿ ਪਿਛਲੇ ਆਪਾਂ ਦੌਰ 'ਚ ਦੇਖਦੇ ਆਈਏ ਕਿਤੇ ਇਨਸਾਫ ਮਿਲਦਾ ਨਜ਼ਰ ਨਹੀਂ ਦਿਖਾਈ ਨਹੀਂ ਦਿੱਤਾ। ਦੇਖੋ ਉਹ ਡਿਪੈਂਡ ਕਰੂਗਾ, ਸਪੋਜ਼ ਕਰੋ SLP ਪੈ ਜਾਂਦੀ ਹੈ ਜੀ, ਔਰ SLP ਦੇ ਵਿੱਚ ਇਹ ਔਰ ਜਜਮੈਂਟ ਸਟੇ ਹੋ ਜਾਂਦੀ ਹੈ, ਉਹ ਕਹਿੰਦੇ ਕਿ ਇਨਵੈਸਟੀਗੇਸ਼ਨ ਕੰਟੀਨਿਊ ਕਰ ਲਓ, ਫਿਰ ਇਸ ਚੀਜ਼ ਦਾ ਹੋਰ ਟਰਨ ਹੋ ਜਾਂਦਾ ਹੈ। ਜੇ SLP ਨਹੀਂ ਪੈਂਦੀ ਹੋਰ ਟਰਨ ਹੈ, ਜੇ SLP ਡਿਸਮਿਸ ਹੋ ਜਾਂਦੀ ਹੈ ਫਿਰ ਹੋਰ ਐਂਗਲ ਹੈ। ਉਸ ਚੀਜ਼ 'ਤੇ ਮੈਂ ਤਾਂ ਹੀ ਕਮੈਂਟ ਨਹੀਂ ਕਰ ਰਿਹਾ ਬਿਕੋਜ਼ ਜਿਹੜੀਆਂ ਚੀਜ਼ਾਂ ਤਾਂ ਸਬ ਜੁਡਿਸ ਹੋਣੀਆਂ ਹੀ ਹੋਣੀਆਂ, ਉਹਨਾਂ 'ਤੇ ਕਿਵੇਂ ਕਮੈਂਟ ਕਰੀਏ। ਜਿਹੜੀ SIT ਬਣ ਕੇ 6 ਮਹੀਨੇ 'ਚ ਕੋਰਟ ਨੇ ਕਿਹਾ ਕੰਕਲੂਡ ਕਰੋ ਐਕਸਪੀਡੀਸ਼ੀਅਸਲੀ, ਉਹ ਇੱਕ ਚੰਗੀ ਡਾਇਰੈਕਸ਼ਨ ਹੈ। ਅਸੀਂ ਉਹਦੇ 'ਤੇ ਹੋਪ ਲਾਈਏ, ਅਸੀਂ ਕਿਉਂ ਪਹਿਲਾਂ ਹੀ ਡਿਸਹਾਰਟਨ ਹੋਈਏ, ਪਹਿਲਾਂ ਹੀ ਆਪਾਂ ਕਿਉਂ ਨੈਗੇਟਿਵ ਸੋਚੀਏ ਕਿ ਨਹੀਂ ਹੋਣਾ। ਲੈਟ ਅਸ ਟਰਾਈ, ਨਹੀਂ ਹੋਇਆ ਤੇ ਦੇਖੀ ਜਾਊਗੀ, ਪਹਿਲਾਂ ਹੋਣ ਤਾਂ ਦਈਏ, ਹੋ ਸਕਦਾ ਹੋ ਜੇ। ਹੁਣ ਸਰਕਾਰ ਇਸ ਜਜਮੈਂਟ ਦੇ ਲੱਗਦਾ ਲੈ ਕੇ ਇਹਨੂੰ ਜਾ ਸਕਦੀ ਹੈ ਕਿ ਕੋਰਟ 'ਚ ਜਾ ਸਕਦੀ ਹੈ ਜੀ, ਸਰਕਾਰ ਦੀ ਡਿਸਕ੍ਰਿਸ਼ਨ ਹੈ ਇਹਦੇ 'ਚ। ਤਾਂ ਮੇਰੇ ਕੋਲ ਤਾਂ ਕੋਈ ਇਨਫੋਰਮੇਸ਼ਨ ਨਹੀਂ, ਮੈਂ ਤਾਂ ਪ੍ਰੈਸ 'ਚ ਹੀ ਪੜ੍ਹਿਆ ਸੀ ਕਿ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਇਹਦੇ ਉੱਤੇ SLP ਪਾਉਣੀ ਹੈ, ਜੋ ਪਹਿਲਾਂ ਪਲਾਨ ਸੀ ਜਜਮੈਂਟ ਹੋਣ ਤੋਂ ਪਹਿਲਾਂ। ਹੁਣ ਬਾਕੀ ਉਹ ਕੀ ਕਰਦੇ ਆ, ਕਿਵੇਂ ਕਰਦੇ ਆ, ਉਹ ਤਾਂ ਗਵਰਨਮੈਂਟ ਵੁੱਡ ਨੋ। ਤੇ ਸਹੀ ਗੱਲ ਬਸ ਸੁਣੀ ਹੈ। ਮੈਂ ਕਹਿੰਦਾ ਸਰ ਇਹ ਦਿਖਾ ਦਿਓ ਤੁਸੀਂ ਕਿ ਇਹ ਜੱਜਮੈਂਟ ਦੀ ਕਾਪੀ ਹੈ ਜੋ ਕਿ ਕੱਲ ਹੀ ਅਪਲੋਡ ਹੋਈ ਹੈ। ਕੁਮਾਰ ਪ੍ਰਤਾਪ ਨੇ ਜੋ ਚੀਜ਼ਾਂ ਲਿਖੀਆਂ ਸੀ ਇਸ ਵਿੱਚ ਸਭ ਕੁਝ ਤੁਹਾਨੂੰ ਮਿਲ ਜੂਗਾ ਵੀ ਕਿਸ ਤਰੀਕੇ ਨਾਲ ਕੋਰਟ ਨੇ ਫਟਕਾਰ ਮਾਰੀ ਹੈ ਵਿਜੇ ਕੁਮਾਰ ਪ੍ਰਤਾਪ ਨੂੰ ਕਿ ਉਹਨਾਂ ਨੇ ਜੋ ਵੀ ਇਨਵੈਸਟੀਗੇਸ਼ਨ ਕੀਤੀ ਹੈ, ਤਫਤੀਸ਼ ਕੀਤੀ ਹੈ, ਉਹ ਬਾਇਸਡ ਕੀਤੀ ਹੈ। ਤੇ ਦੂਸਰੇ ਪਾਸੇ ਇਨਸਾਫ ਦੀ ਜਦੋਂ ਗੱਲ ਆਉਂਦੀ ਹੈ ਕਿ ਵਾਕਈ ਇਨਸਾਫ ਮਿਲ ਜਾਏਗਾ 6 ਮਹੀਨੇ ਦੇ ਵਿੱਚ, ਦੁਬਾਰਾ ਜੀਰੋ ਤੋਂ ਸ਼ੁਰੂ ਕਰਨਾ ਪੈਣਾ। 6 ਸਾਲ ਹੋ ਗਏ ਨੇ ਕੇਸ ਨੂੰ, ਇਨਸਾਫ ਨਹੀਂ ਮਿਲਿਆ, ਪਰ ਲਗਾਤਾਰ ਹੀ ਕੋਰਟ ਕਚਹਿਰੀਆਂ ਦੇ ਜ਼ਰੂਰ ਗੇੜੇ ਵੱਜਦੇ ਰਹੇ ਨੇ। ਤਾਂ ਨਜ਼ਰ ਬਣੀ ਦੇਗੀ ਇਸ ਖਬਰ ਉੱਤੇ, ਉਹ 6 ਮਹੀਨੇ ਦਾ ਇੰਤਜ਼ਾਰ ਕਰਨਾ ਪੈਣਾ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਸੀ। ਕੋਈ ਪ੍ਰਤਾਪ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਕੁਐਸਚਨ ਮਾਰਕ ਲੱਗਿਆ ਹੋਇਆ ਕਿ ਉਹਨਾਂ ਨੇ ਇਹ ਤਫਤੀਸ਼ ਜੇ 6 ਸਾਲ ਵਿੱਚ ਕੀਤੀ ਸੀ, ਫਿਰ ਕੋਰਟ ਨੇ ਕਿਉਂ ਡਿਨਾਈ ਕਰਤੀ, ਫਿਰ ਕੋਰਟ ਨੂੰ ਕਿਉਂ ਕਹਿਣਾ ਪਿਆ ਕੋਈ ਪ੍ਰਤਾਪ ਨੇ ਜਿਹੜੀ ਤਫਤੀਸ਼ ਹੈ ਉਹ ਸਹੀ ਨਹੀਂ ਕੀਤੀ। ਇਸ ਪਰ ਵੀ ਚਰਚਾ ਬਣੀ ਰਹੇਗੀ। ਉਹਨਾਂ ਨੇ ਅਸਤੀਫਾ ਦੇ ਦਿੱਤਾ। ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਵੀਡੀਓ ਸ਼ੇਅਰ ਕਰਨਾ, ਪੇਜ ਨੂੰ ਲਾਈਕ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।